ਪ੍ਰੋਗਰਾਮ ਮੁੱਦਾ USA ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵੱਖਰੀ ਰੂਪਰੇਖਾ ਲੈ ਕੇ ਆਏ ਹਾਂ, ਜਿਸ ਦੇ ਵਿੱਚ ਪਹਿਲੋਂ ਅਸੀਂ ਗੱਲਬਾਤ ਕਰਾਂਗੇ ਸਾਡੇ ਅਮਰੀਕਾ ਦੇ ਵਿੱਚ ਡੈਮੋਕ੍ਰੈਟਿਕ ਲੀਡਰਸ ਦੇ ਨਾਲ ਕਿ ਉਹਨਾਂ ਦਾ ਇਹਨਾਂ ਚੋਣਾਂ ਦੇ ਬਾਰੇ ਕੀ ਨਜ਼ਰੀਆ ਹੈ, ਅਤੇ ਬ੍ਰੇਕ ਤੋਂ ਬਾਅਦ ਦੂਜੇ ਸੈਗਮੈਂਟ ਦੇ ਵਿੱਚ ਅਸੀਂ ਗੱਲ ਕਰਾਂਗੇ ਸਾਡੇ ਅਮਰੀਕਾ ਦੇ ਰਿਪਬਲਿਕਨ ਲੀਡਰਾਂ ਦੇ ਨਾਲ ਕਿ ਪ੍ਰੈਜ਼ੀਡੈਂਸ਼ੀਅਲ ਚੋਣਾਂ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਨੇ। ਪ੍ਰੋਗਰਾਮ ਮੁੱਦਾ USA ਵਿੱਚ ਤੁਹਾਡਾ ਵਾਸ਼ਿੰਗਟਨ DC ਤੋਂ ਹਾਰਦਿਕ ਸਵਾਗਤ ਹੈ। ਇਸ ਵੇਲੇ ਤੁਸੀਂ ਦੇਖ ਰਹੇ ਹੋ US ਕੈਪੀਟਲ 'ਤੇ ਆ। ਗੱਲ ਅਸੀਂ ਕਰਨੀ ਆ ਅਮਰੀਕਾ ਦੀਆਂ ਚੋਣਾਂ ਦੀ। ਇਸ ਮੁੱਦੇ 'ਤੇ ਗੱਲਬਾਤ ਕਰਨ ਲਈ ਸਾਡੇ ਕੋਲ ਅਮਰੀਕਾ ਦੇ ਵਿੱਚ ਡੈਮੋਕ੍ਰੈਟਿਕ ਲੀਡਰ ਬਖਸ਼ੀਸ਼ ਸਿੰਘ ਹੋਰੀ ਸਾਡੇ ਨਾਲ ਨੇ, ਜਿਹੜੇ ਮੈਰੀਲੈਂਡ ਦੀ ਕੇ-ਪੈਡ ਡੈਮੋਕ੍ਰੈਟਿਕ ਪਾਰਟੀ ਦੇ ਕੋ-ਚੇਅਰ ਨੇ ਅਤੇ ਸਿੱਖ ਇੰਟਰਨੈਸ਼ਨਲ ਕੌਂਸਲ ਦੇ ਵੀ ਚੇਅਰਮੈਨ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਅੱਜ ਆਪਾਂ ਗੱਲ ਕਰਨੀ ਹੈ ਜਿੱਦਾਂ ਤੁਸੀਂ ਕਿਹਾ ਹੈਗਾ ਕਿ ਸ਼ੁਰੂਆਤ ਕਰੀਏ ਆਪਾਂ, ਜੋ ਕਿ ਇਸ ਕੰਟਰੀ ਦੇ ਵਿੱਚ ਪਿਛਲੇ 3-4 ਮਹੀਨਿਆਂ ਤੋਂ ਕਰੋਨਾ ਚੱਲ ਰਿਹਾ ਹੈਗਾ। ਕਰੋਨਾ ਦਾ ਦੇਖੋ ਤੁਸੀਂ ਵੀ ਪਿਛਲੇ 3-4 ਮਹੀਨੇ ਦੇ ਵਿੱਚ ਕੀ ਹਾਲ ਅਮਰੀਕਨਸ ਦਾ ਰਿਹਾ ਹੈਗਾ, ਅਤੇ ਆਹ ਜਿਹੜੀ ਨਵੀਂ ਨਿਊਜ਼ ਅੱਜ ਹੀ ਮੈਂ ਸੁਣ ਰਿਹਾ ਹੈਗਾ ਕਿ 40-45 ਜਿਹੜੇ ਸਟੇਟਸ ਹੈ ਉਹਨਾਂ ਦੇ ਵਿੱਚ ਫਿਰ ਮੁੜ ਕੇ ਸਰਜ ਹੈ ਜੋ ਇੰਨੀ ਵੱਧ ਚੁੱਕੀ ਹੈ ਕਿ ਹਾਸਪਿਟਲ ਫੁੱਲ ਹੋ ਚੁੱਕੇ ਹਨ, ਬੈੱਡ ਮਿਲ ਨਹੀਂ ਰਹੇ। ਅਤੇ ਜੇ ਆਪਾਂ ਗੱਲ ਕਰੀਏ ਬਈ ਕੋਈ ਪਲਾਨ ਅੱਗੇ ਕੋਈ ਵੈਕਸੀਨ ਨਹੀਂ ਹੈ, ਅਤੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਜੋ ਕਿ ਵਰਲਡ ਦਾ ਫੇਮਸ ਡਾਕਟਰ ਫੌਚੀ ਇਸ ਨੂੰ ਵੀ ਈਡੀਅਟ ਕਹਿ ਦਿੱਤਾ ਹੈਗਾ। ਅਤੇ ਬਾਕੀ ਅਸੀਂ ਹੈਲਥ ਔਰਗਨਾਈਜੇਸ਼ਨਾਂ ਦੇ ਜਿਹੜੇ ਮੈਂ ਸਮਝਦਾ ਵੀ CDC ਦੇ ਡਾਇਰੈਕਟਰ ਹੈ, ਹੋਰ ਹੈ, ਇਹ ਸਾਰੇ ਭੱਜ ਰਹੇ ਹੈ ਕਿਉਂਕਿ ਇਹਨਾਂ ਨੂੰ ਕੋਈ ਸੱਚਾਈ ਮਿਲ ਨਹੀਂ ਰਹੀ। ਅਤੇ ਟਰੰਪ ਸਾਹਿਬ ਆਪਣੀ ਹੀ ਮਰਜ਼ੀ ਨਾਲ ਚਲਾਉਂਦੇ ਹਨ, ਉਹ ਕੋਈ ਸਾਇੰਸ ਨੂੰ ਬਿਲੀਵ ਹੀ ਨਹੀਂ ਕਰਦੇ। ਮੈਂ ਸਮਝਦਾ ਵੀ ਉਹ ਫਿਕਸ਼ਨ 'ਤੇ ਚੱਲ ਰਹੇ ਹਨ। ਸੋ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੋਚਣਾ ਪਊਗਾ ਕਿ ਆਪਾਂ ਕਿੱਦਾਂ ਦੀ ਟੀਮ ਅਸੀਂ ਵਾਈਟ ਹਾਊਸ ਦੇ ਵਿੱਚ ਲਿਆਉਣੀ ਹੈਗੀ ਆ। ਤੁਸੀਂ ਜਦੋਂ ਇਹ ਗੱਲ ਕਰਦੇ ਹੋ ਕਿ ਇਹ ਕਰੋਨਾ ਵਾਇਰਸ ਨੂੰ ਨਹੀਂ, ਹੁਣ ਡਿਬੇਟ ਵੀ ਪਿਛਲੇ ਦਿਨ ਹੀ ਹੋ ਕੇ ਹਟੀ ਆ, ਉਹ ਕਹਿੰਦੇ ਜੀ ਜਦੋਂ ਇਹ ਸਾਰਾ ਕੁਛ ਚੱਲ ਰਿਹਾ ਸੀ ਉਦੋਂ ਨੈਂਸੀ ਪਲੋਸੀ ਚਾਈਨਾ ਮਾਰਕੀਟ ਦੇ ਵਿੱਚ ਕਹਿ ਰਹੇ ਸੀਗੇ ਕਿ ਟਰੰਪ ਜਿਹੜਾ ਇਹ ਬੈਨ ਕਿਉਂ ਲਾ ਰਿਹਾ ਹੈ, ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ। ਇਹ ਦੋਸ਼ ਅਤੇ ਪ੍ਰਤੀ ਦੋਸ਼ ਤਾਂ ਲੱਗ ਹੀ ਰਹੇ ਨੇ, ਪਰ ਤੁਸੀਂ ਇਸ ਵੇਲੇ ਸਮਝਦੇ ਹੋ ਕਿ ਜਿਹੜੀਆਂ ਰੈਲੀਆਂ ਜਾਂ ਜਿਹੜਾ ਪ੍ਰੋਟੋਕੋਲ ਆ ਉਹ ਬਹੁਤ ਵੱਡਾ ਰੀਜ਼ਨ ਹੈ, ਕਿਉਂਕਿ ਰਿਪਬਲਿਕਨ ਇਹ ਕਹਿ ਰਹੇ ਨੇ ਕਿ ਜੇ 15-20 ਹਜ਼ਾਰ ਲੋਕ ਰੈਲੀ 'ਚ ਜਾਂਦੇ ਨੇ ਤਾਂ ਉਹਦਾ ਕੋਈ ਬਹੁਤ ਵੱਡਾ ਫਰਕ ਨਹੀਂ ਪੈ ਰਿਹਾ। ਕੇਸ ਇਸ ਕਰਕੇ ਨਹੀਂ ਵੱਧ ਰਿਹਾ, ਕੇਸ ਵਧਣ ਦੇ ਕਾਰਨ ਤਾਂ ਹੋਰ ਨੇ, ਕਿਉਂਕਿ ਅਸੀਂ ਟੈਸਟ ਜ਼ਿਆਦਾ ਕਰਵਾ ਰਹੇ ਹਾਂ ਅਤੇ ਉਹਦੇ ਕਰਕੇ ਇਹ ਸਾਰਾ ਕੁਛ ਕੇਸ ਜ਼ਿਆਦਾ ਸਾਹਮਣੇ ਆ ਰਹੇ ਨੇ। ਬਿਲਕੁਲ ਠੀਕ ਹੈ, ਟੈਸਟ ਜ਼ਿਆਦਾ ਹੋ ਰਹੇ ਆ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਪਰ ਗੱਲ ਇਹ ਹੈਗੀ ਹੈ ਕਿ ਜਦੋਂ ਆਪਾਂ ਗੱਲ ਕੀਤੀ ਹੈ ਪਹਿਲੇ ਬਈ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈਗਾ, ਮਾਸਕ ਪਾਓ ਅਤੇ ਡਿਸਟੈਂਸ ਰੱਖੋ। ਅਗਰ ਤੁਸੀਂ ਕੰਪਲਸਰੀ ਕਰ ਦਿਓ ਕਿ ਮਾਸਕ ਸਾਰੇ ਪਾਉਣਗੇ ਇੱਥੇ ਕੰਟਰੀ 'ਚ, ਬਿਲਕੁਲ ਠੀਕ ਹੈ, ਪਰ ਪ੍ਰੈਜ਼ੀਡੈਂਟ ਸਾਹਿਬ ਆਪ ਹੀ ਮਾਸਕ ਨਹੀਂ ਪਾਉਂਦੇ ਹੈਗੇ। ਦੱਸੋ ਉਹਦਾ ਕੀ ਇਲਾਜ ਕੀਤਾ ਜਾ ਸਕਦਾ ਕਿ ਬਹੁਤ ਵਾਰੀ ਉਹਨਾਂ ਨੂੰ ਆਪ ਹੋ ਚੁੱਕਿਆ। ਜਿਹੜਾ ਪ੍ਰੈਜ਼ੀਡੈਂਟ ਆਪਣੇ ਆਪ ਨੂੰ ਨਹੀਂ ਬਚਾ ਸਕਦਾ, ਉਹ ਅਮਰੀਕਨਸ ਨੂੰ ਕਿੱਥੇ ਬਚਾਊਗਾ। ਫਿਰ ਗੱਲ ਕੀਤੀ ਤੁਸੀਂ ਚਾਈਨਾ ਦੀ, ਚਾਈਨਾ ਦਾ ਪਿਛਲੇ ਹਫ਼ਤੇ ਹੀ ਪਤਾ ਲੱਗਿਆ ਕਿ ਇਹਨਾਂ ਦੇ ਚਾਈਨਾ ਦੇ ਵਿੱਚ ਅਕਾਊਂਟ ਹੈ। ਮੈਂ ਪੁੱਛਣਾ ਇਹ ਚਾਹੁੰਦਾ ਹੈ ਵੀ ਚਾਈਨਾ ਬੰਦ ਕਰ ਦਿੱਤੀ ਹੈ ਜੀ, ਚਾਈਨਾ ਬੰਦ ਕਰਤੀ, ਪਹਿਲਾਂ ਤੁਸੀਂ ਆਪਣੇ ਅਕਾਊਂਟ ਬੰਦ ਕਰੋ, ਫਿਰ ਤੁਸੀਂ ਸਾਨੂੰ ਆਣ ਕੇ ਜਿਹੜੀ ਕਿ ਆਮ ਪਬਲਿਕ ਆ ਉਹਨਾਂ ਨੂੰ ਦੱਸੋ ਵੀ ਹਾਂ ਜੀ ਅਸੀਂ ਚਾਈਨਾ ਬੰਦ ਕਰਤੀ ਹੈ। ਇਹ ਸਾਵਰਾ ਜਦੋਂ ਹੁਣ ਪਿਛਲੀ ਡਿਬੇਟ ਹੋਈ ਹੈ ਇਸ ਦੇ ਵਿੱਚ ਉਹਨਾਂ ਦਾ ਕੋਈ ਆਨਸਰ ਨਹੀਂ ਸੀ ਵੀ ਤੁਹਾਡੇ ਕੋਲ ਕੀ ਪਲਾਨ ਆ, ਕੀ ਅੱਗੇ ਆਪਾਂ ਕਰਨਾ ਹੈਗਾ। ਸੋ ਇਹ ਸਾਰਾ ਮੈਂ ਸਮਝਦਾ ਵੀ ਪਿਛਲੇ 4 ਸਾਲਾਂ 'ਚ ਝੂਠ ਹੀ ਝੂਠ ਸੁਣਦੇ ਆ ਰਹੇ ਹਾਂ, ਅਤੇ ਜਿਹੜੇ ਅਫੀਸ਼ੀਅਲ ਜਿਹੜੇ ਨਹੀਂ ਬੇਅਰ ਕਰ ਸਕਦੇ, ਜਿਹੜੇ ਨਹੀਂ ਪਬਲਿਕ ਨੂੰ ਅਮਰੀਕਨਸ ਨੂੰ ਆਨਸਰ ਦੇ ਸਕਦੇ, ਉਹ ਛੁੱਟੀ ਕਰਕੇ ਜਾ ਰਹੇ ਹੈਗੇ ਆ। ਤੁਸੀਂ ਜਦੋਂ ਇਹ ਗੱਲ ਕਰਦੇ ਹੋ ਕਿ ਇੰਨੇ ਲੋਕ ਬਿਮਾਰ ਹੋ ਗਏ ਨੇ, ਜਿਹੜਾ ਇਹ ਕਰੋਨਾ ਵਾਇਰਸ ਦਾ ਬੇਸ਼ੱਕ ਜਿਹੜੇ ਲੋਕ ਬਿਮਾਰ ਹੋਏ ਨੇ ਜਦੋਂ ਉਹ ਠੀਕ ਹੋਣਗੇ ਉਹਨਾਂ ਨੂੰ ਇਲਾਜ ਦੀ ਲੋੜ ਪੈਣੀ ਆ। ਬੇਸ਼ੱਕ ਵੈਕਸੀਨ ਆ ਜਾਵੇ ਜਾਂ ਜਿਹੜੇ ਸਾਈਡ ਇਫੈਕਟ ਨੇ ਕਰੋਨਾ ਦੇ ਉਹ ਵੀ ਲੰਮੇ ਸਮੇਂ ਤੱਕ ਰਹਿਣੇ ਨੇ। ਜਦੋਂ ਹੁਣ ਲੋਕਾਂ ਦੇ ਕੋਲ ਕਾਰੋਬਾਰ ਤਬਾਹ ਹੋ ਗਏ ਨੇ, ਬਿਜ਼ਨਸ ਬੰਦ ਹੋ ਗਏ ਨੇ, ਆਰਥਿਕਤਾ ਦਾ ਬੁਰਾ ਹਾਲ ਹੋ ਗਿਆ ਹੈ ਕਰੋਨਾ ਦਾ ਕਰਕੇ, ਜਿਹੜਾ ਹੈਲਥ ਕੇਅਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਤਬਦੀਲੀ ਲਿਆਉਣੀ ਚਾਹੁੰਦੇ ਨੇ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਜਦੋਂ ਕਿ ਇਹ ਸੀ ਕਿ ਪਹਿਲੋਂ ਜਦੋਂ ਹੈਲਥ ਕੇਅਰ ਸੀ ਓਬਾਮਾ ਕੇਅਰ ਦੇ ਟਾਈਮ 'ਤੇ ਜੇ ਤੁਸੀਂ ਨਹੀਂ ਸੀਗੇ ਤਾਂ ਲੋਕਾਂ ਨੂੰ ਫਾਈਨ ਲੱਗ ਜਾਂਦੇ ਸੀ,
ਤੁਸੀਂ ਇਹਦੇ ਬਾਰੇ ਕੀ ਕਹੋਗੇ ਕਿ ਜ਼ਰੂਰੀ ਹੈ ਇਹ? ਮੈਂ ਫਿਰ ਉੱਥੇ ਜਾਵਾਂ ਕਿ 4 ਸਾਲ ਪਿਛਲੇ ਲੰਘ ਚੁੱਕੇ ਆ ਕਿ ਅਸੀਂ ਹੈਲਥ ਕੇਅਰ ਦੀ ਪਲਾਨ ਕਰਾਂਗੇ, ਅਸੀਂ ਪਲਾਨ ਲਿਆਵਾਂਗੇ, ਅਸੀਂ ਓਬਾਮਾ ਕੇਅਰ ਨਾਲੋਂ ਚੰਗੀ ਪਲਾਨ ਲਿਆਵਾਂਗੇ। ਪਰ ਜੇ ਅੱਜ ਪੁੱਛੋ ਤੁਸੀਂ ਟਰੰਪ ਸਾਹਿਬ ਨੂੰ, ਇਹਨਾਂ ਕੋਲ ਕੋਈ ਪਲਾਨ ਨਹੀਂ ਹੈ। ਤੇ ਔਨ ਦੀ ਅਦਰ ਸਾਈਡ ਜਿਹੜੇ ਓਬਾਮਾ ਕੇਅਰ ਚੱਲ ਰਹੀ ਜਿਹਦੇ 'ਚ 20 ਮਿਲੀਅਨਸ ਨੂੰ ਮਤਲਬ ਰਿਲੀਫ ਮਿਲਿਆ ਹੋਇਆ ਹੈਗਾ, ਇਹ ਐਮੀ ਬੈਰਟ ਦੀ ਅਪੁਆਇੰਟਮੈਂਟ ਕਰਕੇ ਸੁਪਰੀਮ ਕੋਰਟ ਦੇ ਵਿੱਚ, ਜਿੱਥੇ ਕਿ ਮੈਂ ਸਮਝਦਾ ਹਾਂ ਵੀ ਜਿਹੜੀ ਰੂਥ ਗਿਨਸਬਰਗ ਨੇ ਆਪਣੀ ਸਾਰੀ ਲਾਈਫ ਲਾ ਕੇ ਉਹਨਾਂ ਨੇ ਇਕੁਐਲਿਟੀ ਲਿਆਂਦੀ, ਲੋਕਾਂ ਨੂੰ ਜਸਟਿਸ ਲਿਆਂਦਾ, ਮਿਨੋਰਟੀ ਵਾਸਤੇ, ਖਾਸ ਕਰਕੇ ਵੂਮਨਸ ਦੇ ਵਾਸਤੇ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹੈਗਾ। ਉਹਦੀ ਲਾਸਟ ਵਿਸ਼ ਸੀ ਕਿ ਵੀ ਇਹ ਜਿਹੜੀ ਅਪੁਆਇੰਟਮੈਂਟ ਹੋਵੇ ਇਹ ਇਲੈਕਸ਼ਨ ਤੋਂ ਬਾਅਦ ਹੋਵੇ। ਪਰ ਐਮੀ ਬੈਰਟ ਦੀ ਇਲੈਕਸ਼ਨ ਲਿਆਣ ਕੇ ਅਪੁਆਇੰਟਮੈਂਟ ਕਰਕੇ ਕੀ ਕਰਨਾ ਚਾਹੁੰਦੇ ਆ? ਆਪ ਸਭ ਨੂੰ ਪਤਾ ਹੀ ਹੈ ਕਿ ਉਹ ਇਹ ਜੋ ਓਬਾਮਾ ਕੇਅਰ ਹੈ ਇਸ ਨੂੰ ਰੱਦ ਕਰਨਾ ਚਾਹੁੰਦੇ। ਮੈਂ ਸਮਝਦਾ ਵੀ ਪਿਛਲੇ 4 ਸਾਲ ਇਹਨਾਂ ਨੂੰ ਕੋਈ ਹੋਰ ਕੰਮ ਨਹੀਂ ਕੀਤਾ ਕੰਟਰੀ ਦਾ, ਸਿਰਫ ਇਹ ਰਿਹਾ ਵੀ ਜੋ ਓਬਾਮਾ ਸਾਹਿਬ ਨੇ ਕੀਤਾ ਹੈ ਉਹਨੂੰ ਮੈਂ ਉਲਟ ਕਰਕੇ ਜਾਵਾਂ। ਸੋ ਹੁਣ ਆਪਾਂ ਡਿਸਾਈਡ ਕਰਨਾ ਹੈ ਕਿ ਵੀ ਅਗਲੇ 4 ਸਾਲ ਵਾਸਤੇ ਆਪਾਂ ਕਿਹੜਾ ਪ੍ਰੈਜ਼ੀਡੈਂਟ ਲਿਆਉਣਾ ਜਿਹੜਾ ਕਿ ਕੰਟਰੀ ਨੂੰ ਲੈ ਕੇ ਚੱਲ ਸਕੇ, ਉਹਦੀ ਕੋਈ ਸਾਲਿਡ ਪਲਾਨ ਹੋਵੇ। ਉਹ ਮੈਂ ਸਮਝਦਾ ਵੀ ਉਹ ਸਾਇੰਸ ਵਿੱਚ ਬਿਲੀਵ ਕਰੇ, ਨਾ ਕਿ ਫਿਕਸ਼ਨ ਵਿੱਚ ਬਿਲੀਵ ਕਰੇ। ਜਦੋਂ ਤੁਸੀਂ ਕਹਿੰਦੇ ਹੋ ਕਿ ਜੋ ਕੁਛ ਓਬਾਮਾ ਨੇ ਕੀਤਾ ਮੈਂ ਉਹਦੇ ਉਲਟ ਕਰਨਾ ਆ, ਚਲੋ ਕੁਛ ਤਬਦੀਲੀਆਂ ਲਿਆਂਦੀਆਂ ਨੇ ਇਹਨਾਂ ਨੇ ਕਾਫੀ ਸਾਰੀਆਂ। ਓਬਾਮਾ ਕੇਅਰ ਦੇ ਵਿੱਚ ਵੀ ਉਹ ਕਹਿੰਦੇ ਮੈਂ ਤਬਦੀਲੀ ਲਿਆਉਣੀ ਆ, ਅਫਗਾਨਿਸਤਾਨ ਤੋਂ ਫੌਜਾਂ ਕੱਢਣੀਆਂ ਨੇ, ਕੁਛ ਦੋਵੇਂ ਕੰਮ ਨਹੀਂ ਹੋ ਸਕੇ ਅਜੇ ਤੱਕ ਜਿਹੜੇ ਇਹਨਾਂ ਨੇ ਕਿਹਾ ਸੀ। ਪਰ ਇਹਦੇ ਵਿੱਚੋਂ ਤੁਸੀਂ ਸਮਝਦੇ ਹੋ, ਕਹਿੰਦੇ ਨੇ ਕਿ ਜੇ ਮੈਂ ਫਰਾਂਸ ਅਕੋਰਡ ਦੇ ਵਿੱਚੋਂ ਇਨਵਾਇਰਮੈਂਟਲ ਇਸ਼ੂ ਤੇ ਬਾਹਰ ਨਿਕਲਿਆ ਤੇ ਉਹਦੇ 'ਚ ਅਮਰੀਕਾ ਦਾ ਫਾਇਦਾ, ਪੈਸੇ ਅਸੀਂ ਦਿੰਦੇ ਸਾਂ, ਕੰਮ ਲੋਕਾਂ ਦੇ ਕੰਟਰੀਆਂ ਦੂਜਿਆਂ ਦੇ ਹੋਈ ਜਾਂਦੇ ਸੀਗੇ। ਇਸੇ ਤਰ੍ਹਾਂ WHO ਦੇ ਵਿੱਚੋਂ ਬਾਹਰ ਨਿਕਲਣਾ, ਕੀ ਡੈਮੋਕ੍ਰੈਟਿਕ ਪਾਰਟੀ ਇਹਦੇ ਨਾਲ ਸਹਿਮਤ ਆ? ਜਾਂ ਖਾਸ ਕਰਕੇ ਬੀਇੰਗ ਏ ਸਿੱਖ, ਜਿੱਥੇ ਗੁਰੂ ਨਾਨਕ ਦੇਵ ਜੀ ਜਾਂ ਸਾਡੀ ਗੁਰਬਾਣੀ ਇਸ ਸਾਰੇ ਇਨਵਾਇਰਮੈਂਟ ਦੇ ਉੱਤੇ ਇੰਨਾ ਵੱਡਾ ਸੰਦੇਸ਼ 550 ਸਾਲ ਪਹਿਲਾਂ ਦੇ ਕੇ ਗਈ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਜੋ ਪ੍ਰੈਜ਼ੀਡੈਂਟ ਟਰੰਪ ਇਸ ਇਨਵਾਇਰਮੈਂਟਲ ਇਸ਼ੂ ਤੇ ਕਰ ਰਹੇ ਨੇ, ਉਹ ਕਹਿੰਦੇ ਨੇ ਵੀ ਭਾਈ ਅਮਰੀਕਾ ਪਹਿਲੋਂ ਆ, ਉਹ ਪੈਸੇ ਦਿੰਦੇ ਸੀ, ਕੋਈ ਬਹੁਤਾ ਫਾਇਦਾ ਨਹੀਂ ਹੋ ਰਿਹਾ। ਇਹਨਾਂ ਦੋ ਮੁੱਦਿਆਂ ਤੇ ਤੁਸੀਂ ਕਿਵੇਂ ਲਓਗੇ ਇਹਨਾਂ ਨੂੰ? ਫਿਰ ਉੱਥੇ ਹੀ ਆਪਾਂ ਗੱਲ ਵਾਪਸ ਚਲੇ ਜਾਂਦੀ ਹੈ ਕਿ ਦੇਖੋ ਤਾਂ ਤੁਸੀਂ ਕਿੰਨੀਆਂ ਅੱਗਾਂ ਲੱਗੀ ਰਹੀਆਂ ਕੈਲੀਫੋਰਨੀਆ 'ਚ, ਰਾਈਟ? ਕੈਲੀਫੋਰਨੀਆ ਦੇ ਵਿੱਚ ਜਾ ਕੇ ਆਇਆ ਹੈਗਾ, ਉੱਥੇ ਕਹਿੰਦਾ ਵੀ ਐਵੇਂ ਜੰਗਲ ਕੱਟ ਦਿਓ, ਆ ਜੰਗਲ ਦੇ ਪੱਤੇ ਪੁੱਤੇ ਝਾੜ ਦਿਓ, ਤੁਸੀਂ ਕੋਈ ਗੱਲਾਂ ਮਤਲਬ ਇੱਦਾਂ ਕਰ ਰਹੇ ਆ ਕਿ ਉਹ ਬਿਲੀਵ ਹੀ ਨਹੀਂ ਕਰਦਾ ਕਿ ਇਨਵਾਇਰਮੈਂਟਲ ਵੀ ਕੋਈ ਚੀਜ਼ ਹੈ। ਅੱਜ ਇਨਵਾਇਰਮੈਂਟਲ ਵਾਸਤੇ ਦੁਨੀਆ ਮਤਲਬ ਮੈਂ ਸਮਝਦਾ ਵੀ ਪਈ ਹੈ ਕਿ ਦੁਨੀਆ ਚਾਹੁੰਦੀ ਹੈ ਕਿ ਇਨਵਾਇਰਮੈਂਟਲ 'ਤੇ ਕੰਮ ਕੀਤਾ ਜਾਵੇ। ਸਭ ਤੋਂ ਪਹਿਲਾਂ ਮੈਂ ਗੌਰ ਸਾਹਿਬ ਜਿਹੜੇ ਸੀ ਕਿ ਡੈਮੋਕ੍ਰੈਟਿਕ ਕਲਿੰਟਨ ਦੇ ਨਾਲ ਰਹੇ ਹੈਗੇ ਆ, ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀ। ਪਰ ਜੋ ਓਬਾਮਾ ਸਾਹਿਬ ਨੇ ਕੀਤਾ ਜਾਂ ਕਿਸੇ ਨੇ ਕੀਤਾ ਹੈਗਾ, ਇਹਨੇ ਸਾਰਾ ਉਹਨੂੰ ਰੱਦ ਕੀਤਾ। WHO ਤੋਂ ਬਾਹਰ ਨਿਕਲਣ ਦਾ ਕੀ ਆਈਡੀਆ, ਮੈਨੂੰ ਦੱਸੋ ਨਾ ਤੁਸੀਂ ਵੀ ਕੀ ਆਈਡੀਆ ਹੈਗਾ? ਇਹ ਵਰਲਡ ਦੀ ਵੱਡੀ ਆਰਗੇਨਾਈਜੇਸ਼ਨ ਹੈ ਜਿਹਦੇ ਕਿ ਸਾਨੂੰ ਜਿਹੜੀ ਕਿ ਹੈਲਪ ਕਰ ਸਕਦੀ ਹੈ। ਅੱਜ ਇਮੇਜ ਜਿਹੜਾ ਅਮਰੀਕਾ ਦਾ ਇਮੇਜ ਹੈ ਬਾਹਰ ਦੇ ਮੁਲਕਾਂ ਦੇ ਵਿੱਚ, ਉਹ ਬਿਲਕੁਲ ਜ਼ੀਰੋ ਹੋ ਚੁੱਕਿਆ। ਸੋ ਸਾਨੂੰ ਨਵੇਂ ਸਿਰੇ 'ਤੇ ਸਟਾਰਟ ਕਰਨਾ ਪਊਗਾ ਕਿ ਅਸੀਂ ਅਮਰੀਕਾ ਦਾ ਜੋ ਇਮੇਜ ਹੈ ਇਹਨੂੰ ਬਹਾਲ ਕਰ ਸਕੀਏ, ਤਾਂ ਅਸੀਂ ਮੈਂ ਸਮਝਦਾ ਵੀ ਕੋਈ ਚੰਗੇ ਕੰਮ ਕਰ ਸਕਾਂਗੇ। ਨਹੀਂ ਅਦਰਵਾਈਜ਼ ਤੇ ਜੇ ਅਗਲੇ 4 ਸਾਲ ਵਾਸਤੇ ਟਰੰਪ ਸਾਹਿਬ ਫਿਰ ਆ ਜਾਂਦੇ ਆ ਤੇ ਕੰਟਰੀ ਦਾ ਮੈਂ ਸਮਝਦਾ ਵੀ ਬਹੁਤ ਬੁਰਾ ਹਾਲ ਹੈਗਾ। ਇਮੀਗ੍ਰੇਸ਼ਨ ਪਾਲਿਸੀ ਬਾਰੇ ਕੀ ਕਹੋਗੇ? ਉਹ ਕਹਿੰਦੇ ਨੇ ਜੀ ਦੇਖੋ ਹੁਣ ਪਿਛਲੇ ਜਿੱਦਣ ਡਿਬੇਟ ਹੋਈ ਆ, ਲਾਸਟ ਡਿਬੇਟ ਜਿਹੜੀ ਸੀ ਫਾਈਨਲ, ਉਹਦੇ 'ਚ ਇਹਨਾਂ ਨੇ ਕੁਐਸਚਨ ਸੀਗਾ ਕਿ 500 ਜਿਹੜਾ ਬੱਚਾ ਹੈ ਉਹ ਪੇਰੈਂਟਸ ਨਾਲੋਂ ਵੱਖ ਹੋ ਗਿਆ ਹੈ। ਪ੍ਰੈਜ਼ੀਡੈਂਟ ਟਰੰਪ ਇਹ ਕਹਿੰਦੇ ਨੇ ਵੀ ਇਹ ਤੁਹਾਡੇ ਹੀ ਬਣਾਏ ਹੋਏ ਉਹ ਸਾਰੇ ਸਿਸਟਮ ਸੀਗੇ ਜਿਹਦਾ ਕਰਕੇ ਬੱਚਿਆਂ ਨੂੰ ਵੱਖ ਕੀਤਾ ਗਿਆ, ਔਰ ਪਹਿਲੋਂ ਵੀ ਇਹ ਕੀਤਾ ਜਾਂਦਾ ਸੀਗਾ। ਜਿਹੜੀ ਇਹਨਾਂ ਦੀ ਇਹ ਇਮੀਗ੍ਰੇਸ਼ਨ ਪਾਲਿਸੀ ਜਿਹਦੇ 'ਚ ਕੋਸ਼ਿਸ਼ ਕਰ ਰਹੇ ਨੇ ਕਿ ਇਲੀਗਲ ਇਮੀਗ੍ਰੇਸ਼ਨ ਨੂੰ ਰੋਕੀ ਜਾਵੇ, ਉਹਦਾ ਇਫੈਕਟ ਕਾਰੋਬਾਰਾਂ 'ਤੇ ਵੀ ਪੈ ਰਿਹਾ ਹੈ, ਲੇਬਰ ਨਹੀਂ ਲੱਭ ਰਹੀ, ਹੋਰ ਕਈ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ। ਡੈਮੋਕ੍ਰੈਟਿਕ ਪਾਰਟੀ ਖਾਸ ਕਰਕੇ ਤੁਸੀਂ ਜਿਹੜੇ ਇਸ ਵੇਲੇ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਐਜ਼ ਏ ਡੈਮੋਕਰੈਟ, ਤੁਸੀਂ ਇਹਨੂੰ ਕਿਵੇਂ ਦੇਖਦੇ? ਦੇਖੋ ਇਮੀਗ੍ਰੇਸ਼ਨ ਦਾ ਜਿਹੜਾ ਮੈਟਰ ਹੈ ਜੀ ਬਹੁਤ ਸੀਰੀਅਸ ਮੈਟਰ ਹੈਗਾ। ਪਿਛਲੀ ਡਿਬੇਟ ਦੇ ਵਿੱਚ ਤੁਸੀਂ ਆਪਾਂ ਗੱਲ ਕਰ ਰਹੇ ਕਿ 500 ਬੱਚਾ, ਮੈਂ ਸਮਝਦਾ ਵੀ 500 ਬੱਚਾ ਤਾਂ ਜਿਹੜਾ ਸੈਪਰੇਟ ਹੋਇਆ ਪੇਰੈਂਟਸ ਤੋਂ, ਉਹਦੇ ਅਲੱਗ 550 ਬੱਚਾ
ਜਿਹੜਾ ਹੈਗਾ ਵੀ ਉਹਨਾਂ ਦਾ ਪਤਾ ਹੀ ਨਹੀਂ ਲੱਗ ਰਿਹਾ। ਤੇ ਇਹ ਗੱਲ ਕਰ ਰਹੇ ਬੈਰਕਾਂ ਬਣਾਉਣੀਆਂ ਜਾਂ ਕੋਈ ਅਕਮੋਡੇਸ਼ਨ ਦਿੱਤੀ ਇਹਨਾਂ ਨੇ ਓਬਾਮਾ ਸਾਹਿਬ ਨੇ, ਜਿਹੜੀ ਉਹਨਾਂ ਨੇ ਅਕਮੋਡੇਸ਼ਨ ਜਾਂ ਬੈਰਕਾਂ ਬਣਾਈਆਂ ਤੇ ਉਹਨਾਂ ਨੇ ਇਹ ਕੀਤਾ ਸੀ ਕਿ ਜਿਹੜੇ ਪਰਿਵਾਰ ਆ ਚੁੱਕੇ ਆ ਬਾਰਡਰ ਕ੍ਰਾਸ ਕਰਕੇ, ਉਹਨਾਂ ਨੂੰ ਕਿਸੇ ਚੰਗੇ ਤਰੀਕੇ ਨਾਲ ਹਿਊਮਨ ਬੀਇੰਗ ਦਾ ਮਤਲਬ ਟੇਕ ਕੇਅਰ ਕਰਨ ਵਾਸਤੇ ਬੰਦਿਆਂ ਦੀ ਜਾਂ ਬੱਚਿਆਂ ਦੀ, ਉਹ ਬਣਾਈਆਂ ਸਨ ਉਹਨਾਂ ਵਾਸਤੇ। ਤੇ ਅੱਗੇ ਜਾ ਕੇ ਕੋਰਟ 'ਚ ਪੇਸ਼ ਹੋਣ ਤੇ ਆਪਣਾ ਦੱਸਣ ਵੀ ਅਸੀਂ ਕਿਉਂ ਇੱਥੇ ਇਸ ਮੁਲਕ ਦੇ ਵਿੱਚ ਆਏ ਹਾਂ। ਅੱਜ ਤਾਂ ਨੇਰਗਰਦੀ ਹੈ, ਉੱਥੇ ਕੋਈ ਬੱਚੇ ਹੋਣ, ਪੇਰੈਂਟਸ ਹੋਣ, ਉਹਨਾਂ ਨੂੰ ਚੁੱਕ ਕੇ ਜਹਾਜ਼ ਚੜ੍ਹਾਇਆ ਜਾ ਰਿਹਾ, ਕੋਈ ਕੋਰਟ ਦੇ ਪੇਸ਼ ਨਹੀਂ ਕੀਤਾ ਜਾ ਰਿਹਾ ਹੈਗਾ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਵੀਜ਼ੇ ਸੀ, ਜਿਨ੍ਹਾਂ ਦੇ H1 ਵੀਜ਼ੇ ਸੀ, ਉਹ ਸਭ ਇਹਨਾਂ ਨੇ ਜ਼ੀਰੋ ਕਰਤੇ ਆ। B1 ਆਉਣਾ ਵੀਜ਼ਾ ਹੀ ਬੰਦ ਕਰਤਾ। ਮੈਂ ਆਪਣੇ ਵੀਰਾਂ ਨੂੰ, ਆਪਣੇ ਇੰਡੀਅਨ ਅਮਰੀਕਨਸ ਨੂੰ ਪੁੱਛਣਾ ਇਹ ਚਾਹੁੰਦਾ ਹਾਂ ਵੀ ਆਪਾਂ ਕਿੱਦਾਂ ਇਸ ਪਾਲਿਸੀ ਨੂੰ ਲੈ ਕੇ ਇਹਨਾਂ ਦੀ ਸਪੋਰਟ ਕਰੀਏ, ਜਿਹੜੀ ਕਿ ਪਾਲਿਸੀ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਭੈਣ ਭਰਾਵਾਂ ਨੂੰ ਵੀ ਇਫੈਕਟ ਕਰੂਗੀ, ਸਾਡੇ ਪੇਰੈਂਟਸ ਨੂੰ ਇਫੈਕਟ ਕਰੂਗੀ। ਇਹ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੇ ਅਗਲੇ 4 ਸਾਲ ਹੈ, ਇਹਦੇ ਵਿੱਚ ਆਪਾਂ ਬੜੀ ਸੋਚ ਸਮਝ ਕੇ ਵੋਟ ਕਰੀਏ। ਤੇ ਇਹ ਜਿਹੜਾ ਇਮੀਗ੍ਰੇਸ਼ਨ ਦਾ ਮੈਟਰ ਹੈ, ਖਾਸ ਕਰਕੇ ਮੈਨੂੰ ਨਹੀਂ ਪਤਾ ਵੀ ਕਿਸੇ ਕੋਲ ਉਹਨਾਂ ਨੇ ਗੱਲ ਕੀਤੀ ਹੈ, ਪਰ ਇਹ ਬਹੁਤ ਹੀ ਸੀਰੀਅਸ ਮੈਟਰ ਹੈ। ਇਹਨਾਂ ਨੇ ਡਿਬੇਟ ਦੇ ਵਿੱਚ ਇੱਕ ਵਾਰੀ ਵੀ ਸੌਰੀ ਨਹੀਂ ਕਿਹਾ, ਫੀਲਿੰਗ ਨਹੀਂ ਕਰੀ ਕਿ ਜਿਹੜੇ ਬੱਚੇ ਉੱਥੇ ਬਾਰਡਰ 'ਤੇ ਰੁਲ ਰਹੇ ਆ। ਦੇਖੋ ਬੱਚੇ ਨੂੰ ਇਮੈਜਿਨ ਕਰੋ ਤੁਸੀਂ, ਬੱਚਾ ਪੇਰੈਂਟ ਤੋਂ ਅਲੱਗ ਹੋ ਜਾਵੇ। ਬਹੁਤ ਸ਼ੁਕਰੀਆ। ਬਖਸ਼ੀਸ਼ ਸਿੰਘ ਹੋਰੀ ਡੈਮੋਕ੍ਰੈਟਿਕ ਪਾਰਟੀ ਲਈ ਸਰਗਰਮ ਭੂਮਿਕਾ ਨਿਭਾ ਰਹੇ ਨੇ। ਇਸੇ ਤਰ੍ਹਾਂ ਹੀ ਕਈ ਸਾਡੇ ਭੈਣ ਭਾਈ ਜਿਹੜੇ ਨੇ ਉਹ ਰਿਪਬਲਿਕਨ ਪਾਰਟੀ ਲਈ ਸਰਗਰਮ ਭੂਮਿਕਾ ਨਿਭਾ ਰਹੇ ਨੇ। ਵੇਖਣਾ ਹੋਵੇਗਾ ਕਿਹੜੀ ਪਾਰਟੀ ਜਿੱਤਦੀ ਹੈ, ਪਰ ਜਦੋਂ ਅਸੀਂ ਇਹ ਸਾਰੀਆਂ ਗੱਲਾਂ ਕਰ ਰਹੇ ਹਾਂ, ਉਹਦੇ ਨਾਲ ਨਾਲ ਸਾਨੂੰ ਇਹ ਵੀ ਦੇਖਣ ਦੀ ਲੋੜ ਹੈ ਕਿ ਆਪਸੀ ਪਿਆਰ, ਆਪਸੀ ਭਾਈਚਾਰਾ, ਅਸੀਂ ਇੱਥੋਂ ਦੀ ਮੁੱਖ ਧਰਾਈ ਸਿਆਸਤ ਦੇ ਵਿੱਚ ਸਰਗਰਮ ਹੋਈਏ। ਇਹਦੇ ਬਾਰੇ ਜਿਹੜਾ ਅਗਲਾ ਸੈਗਮੈਂਟ ਆ, ਉਹਦੇ ਵਿੱਚ ਅਸੀਂ ਰਿਪਬਲਿਕਨ ਪੁਆਇੰਟ ਆਫ ਵਿਊ ਲੈ ਕੇ ਆਵਾਂਗੇ। ਬਖਸ਼ੀਸ਼ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਖਾਲਸਾ, ਜੀ ਫਤਿਹ ਜੀ। ਇਸ ਤੋਂ ਬਾਅਦ ਬ੍ਰੇਕ ਦਾ ਟਾਈਮ ਹੋ ਗਿਆ ਹੈ। ਬ੍ਰੇਕ ਤੇ ਬਾਅਦ ਅਸੀਂ ਰਿਪਬਲਿਕਨ ਪੁਆਇੰਟ ਆਫ ਵਿਊ ਤੇ ਤੁਹਾਡੇ ਸਾਹਮਣੇ ਆਵਾਂਗੇ। ਉਹਨਾਂ ਦਾ ਕੀ ਪੁਆਇੰਟ ਆਫ ਵਿਊ ਆ, ਉਹ ਆਪਣੇ ਇਸ ਨਜ਼ਰੀਏ ਨੂੰ ਕਿਸ ਤਰ੍ਹਾਂ ਦੇਖਦੇ ਨੇ। ਪ੍ਰੋਗਰਾਮ ਵਿੱਚ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਹੈ। ਹੁਣ ਸਾਡੇ ਨਾਲ ਗੱਲਬਾਤ ਇਸ ਸੈਗਮੈਂਟ ਦੇ ਵਿੱਚ ਕਰਨਗੇ ਸਾਡੇ ਰਿਪਬਲਿਕਨ ਲੀਡਰ ਦਵਿੰਦਰ ਸਿੰਘ, ਜਿਹੜੇ ਇੱਥੋਂ ਦੀ ਮੁੱਖ ਧਰਾਈ ਸਿਆਸਤ ਦੇ ਵਿੱਚ ਸਰਗਰਮ ਨੇ। ਮਨਾਸਸ ਗੁਰੂ ਘਰ ਦੇ ਵਿੱਚ ਉਸ ਗੁਰੂ ਘਰ ਦੀਆਂ ਸੇਵਾਵਾਂ ਵੀ ਨਿਭਾ ਰਹੇ ਨੇ। ਦਵਿੰਦਰ ਜੀ, ਆਮ ਤੌਰ 'ਤੇ ਇਹ ਚਰਚਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਕਰੋਨਾ ਵਾਇਰਸ ਨੂੰ ਠੀਕ ਢੰਗ ਨਾਲ ਨਹੀਂ ਸੰਭਾਲਿਆ। ਤੁਹਾਡੇ ਡੈਮੋਕ੍ਰੈਟਿਕ ਸਾਥੀ ਜਿਹੜੇ ਨੇ, ਆਪਣੇ ਸਿੱਖ ਭਰਾ, ਉਹ ਵੀ ਕਹਿੰਦੇ ਨੇ ਜੀ ਇਹਨਾਂ ਨੇ ਕਰੋਨਾ ਨੂੰ ਠੀਕ ਨਹੀਂ ਸੰਭਿਆ। ਇਕੋਨਮੀ ਦੇ ਵਿੱਚ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਸੀ ਜਿਸ ਤਰ੍ਹਾਂ ਦੇ ਕਲੇਮ ਕਰਦੇ ਨੇ। ਪਹਿਲਾ ਸਵਾਲ ਹੈ ਤੁਹਾਨੂੰ ਕਿ ਕਰੋਨਾ ਬਾਰੇ ਤੁਹਾਡਾ ਕੀ ਦਾਅਵਾ ਆ, ਕਿਉਂਕਿ ਮਾਈਕ ਪੈਂਸ ਨੂੰ ਹੁਣੇ ਹੀ 5 ਜਿਹੜੇ ਉਹਨਾਂ ਦੇ ਸਟਾਫ ਦੇ ਮੈਂਬਰ ਨੇ, ਉਹਨਾਂ ਦੇ ਕੇਸ ਸਾਡੇ ਸਾਹਮਣੇ ਆਏ ਨੇ। ਹਾਂਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ PTC ਪੰਜਾਬੀ ਚੈਨਲ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਅੱਜ ਸਾਡਾ ਪ੍ਰਸਪੈਕਟਿਵ ਐਜ਼ ਰਿਪਬਲਿਕਨ ਸਰੋਤਿਆਂ ਦੇ ਨਾਲ ਰੂਬਰੂ ਕਰਵਾ ਰਹੇ ਨੇ ਸਾਨੂੰ। ਤੇ ਹੁਣ ਅਗਰ ਤੁਹਾਡੇ ਕੁਐਸਚਨ ਵੱਲ ਚੱਲੀਏ ਡਾਕਟਰ ਸਾਹਿਬ, ਕਰੋਨਾ ਜਿਹੜਾ ਵਾਇਰਸ ਹੈਗਾ, ਸਾਰਿਆਂ ਤੋਂ ਪਹਿਲਾਂ ਤਾਂ ਇਹਨੂੰ WHO ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਜਨਵਰੀ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਇਹਦੇ ਬਾਰੇ ਪਤਾ ਲੱਗ ਗਿਆ ਤੇ ਉਹਨਾਂ ਨੇ ਜਿਹੜੇ ਸਾਡੇ ਤੇ ਇਲਜ਼ਾਮ ਲੱਗੇ ਲਏ ਨੇ ਇਹਨਾਂ ਤੇ, ਉਹ ਬਿਲਕੁਲ ਬੇਬੁਨਿਆਦ ਨੇ। ਅਗਰ ਅਸੀਂ ਫੈਕਟਸ ਵੱਲ ਨੂੰ ਚੱਲੀਏ, ਅਗਰ CNN ਤੋਂ ਜਾਂ ਹੋਰ ਕਿਸੇ ਵੀ ਯੂਨੀਵਰਸਿਟੀ ਦੇ ਫੈਕਟ ਨੰਬਰ ਲਈਏ, ਦੁਨੀਆ ਦੇ ਵਿੱਚ ਜਿੰਨੀਆਂ ਕਰੋਨਾ ਵਾਇਰਸ ਤੋਂ ਡੈਥਸ ਹੋਈਆਂ ਨੇ ਉਹ ਤਕਰੀਬਨ 2.5%, ਜਿੰਨੇ ਇਨਫੈਕਟਡ ਹੋਏ ਨੇ ਉਹਦੀਆਂ 2.5% ਨੂੰ ਹੋਈਆਂ ਨੇ। ਅਮਰੀਕਾ ਵਿੱਚ ਵੀ ਨੰਬਰ ਸੇਮ ਹੈਗਾ ਵਾ। ਅਮਰੀਕਾ ਦੀ ਟੋਟਲ ਜਿਹੜੀ ਪਾਪੂਲੇਸ਼ਨ ਆ ਤਕਰੀਬਨ 2.5% ਪਾਪੂਲੇਸ਼ਨ ਹੈਗੀ, 8.5 ਮਿਲੀਅਨ 330 ਮਿਲੀਅਨ ਦੇ ਵਿੱਚੋਂ ਇਨਫੈਕਟਡ ਹੋਈ ਆ। ਤੇ ਉਹ ਇਸ ਕਰਕੇ ਜਿਹੜਾ ਇਨਫੈਕਸ਼ਨ ਰੇਟ ਆ ਉਹ ਵੀ ਬੜਾ ਘੱਟ ਹੈਗਾ ਵਾ। ਇਹਦੇ ਵਿੱਚ ਸਰਵਾਈਵਲ ਰੇਟ ਜਿਹੜਾ ਹੈਗਾ 97% ਹੈਗਾ ਵਾ। ਤੇ ਇਸ ਦੇ ਵਿੱਚ ਜਿਹੜਾ ਇਹਨਾਂ ਨੂੰ ਕਹਿ ਰਹੇ ਨੇ ਕਿ ਕੋਈ ਵਾਰ-ਵਾਰ ਇਹ ਜਿਹੜੇ ਡੈਮੋਕ੍ਰੇਟ ਸਾਡੇ ਭਰਾ ਨੇ ਉਹ ਕਹਿ ਰਹੇ ਨੇ ਜੀ ਟਰੰਪ ਜਿਹੜੀਆਂ ਰੈਲੀਜ਼ ਕਰ ਰਿਹਾ ਉਹਦੇ ਵਿੱਚ ਕਰੋਨਾ ਹੋ ਰਿਹਾ, ਪਰ ਉਹਨਾਂ ਨੂੰ ਉਹਦੇ ਵਿੱਚ ਫੈਕਟ ਨਹੀਂ ਲੱਭ ਰਹੇ। ਅਗਰ ਅਮਰੀਕਾ ਦੀ ਟੋਟਲ ਪਾਪੂਲੇਸ਼ਨ ਆ, ਮੈਂ ਸਾਰੇ ਸਰੋਤਿਆਂ ਨਾਲ ਵੀ ਸ਼ੇਅਰ ਕਰਨੀ ਚਾਹਾਂਗਾ ਕਿ ਜਿਹੜੀਆਂ ਟਰੰਪ ਦੀਆਂ ਰੈਲੀਜ਼ ਨੇ ਉਹਦੇ ਵਿੱਚ 15 ਤੋਂ 20 ਹਜ਼ਾਰ ਲੋਕ ਇਕੱਠੇ ਹੁੰਦੇ ਨੇ, ਪਰ ਉਹਨਾਂ ਦੇ ਵਿੱਚੋਂ ਉਹਨਾਂ ਨੂੰ 2.5% ਵੀ ਇਨਫੈਕਟਡ ਬੰਦੇ ਨਹੀਂ ਲੱਭਦੇ। 20,000 ਦੇ ਪਿੱਛੇ 500 ਬੰਦਾ ਚਾਹੀਦਾ, ਪਰ ਉਹ ਲੱਭ ਨਹੀਂ ਰਹੇ। ਸਿਰਫ ਤੇ ਸਿਰਫ ਉਹ ਮੀਡੀਆ ਜਿਹੜਾ ਹੈਗਾ ਇਹਨੂੰ ਵਧਾ ਝੜ ਕੇ ਦੱਸ ਰਿਹਾ। ਜਿਹੜੇ ਨੰਬਰ ਨੇ ਦੁਨੀਆ ਨਾਲ ਸਾਡੇ ਕੰਪੈਰੇਟਿਵ ਨੇ,
ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਐਮਰਜੈਂਸੀ ਆਈ, ਜੋ ਇਹਨਾਂ ਦੇ ਕਹਿ ਰਹੇ ਸੀ ਵੀ ਵੈਂਟੀਲੇਟਰ ਨਹੀਂ ਮਿਲ ਰਹੇ, ਤੇ ਪ੍ਰੈਜ਼ੀਡੈਂਟ ਟਰੰਪ ਨੇ ਐਮਰਜੈਂਸੀ ਦੇ ਕਰਕੇ GM ਨੂੰ ਕਹਿ ਕੇ ਟੋਟਲ ਇਕਵਿਪਮੈਂਟ ਬੁਲਾ ਲਿਆ, ਤੇ ਇੱਕ ਵੀ ਐਗਜ਼ਾਮਪਲ ਨਹੀਂ ਮਿਲਦੀ ਜਿੱਥੇ ਕਿਸੇ ਮਰੀਜ਼ ਨੂੰ ਇਸ ਕਰਕੇ ਖਾਈ ਹੋਵੇ ਕਿ ਉਹਨੂੰ ਕੋਈ ਮੈਡੀਸਨ ਨਹੀਂ ਮਿਲੀ ਜਾਂ ਉਹਨੂੰ ਵੈਂਟੀਲੇਟਰ ਨਹੀਂ ਮਿਲਿਆ। ਇਹ ਸਾਰੇ ਬੇਬੁਨਿਆਦ ਜਿਹੜੇ ਦੂਸ਼ਣਬਾਜ਼ੀ ਤੋਂ ਵੱਧ ਕੁਝ ਨਹੀਂ ਹੈ। ਕਰੋਨਾ ਵਾਇਰਸ ਜਿਹੜਾ ਹੈਗਾ ਜਦੋਂ ਜੁਲਾਈ ਦੇ ਵਿੱਚ ਸੀਗਾ ਪੀਕ ਤੇ ਹੁਣ ਉਨੇ ਹੀ ਨੰਬਰ ਨੇ, ਤੇ ਜਦ ਵੀ ਕੋਈ ਇੰਨਾ ਮਾਸਕ ਤੇ ਵੀ ਨਹੀਂ ਸੀ ਫੋਕਸ ਕੀਤਾ ਜਾ ਰਿਹਾ। ਅੱਜ ਅਮਰੀਕਾ ਸੈਨੀਟੇਸ਼ਨ ਵੀ ਜ਼ਿਆਦਾ ਹੋ ਗਈ, ਮਾਸਕ ਵੀ ਹੋ ਗਿਆ। ਕਰੋਨਾ ਮਹਾਮਾਰੀ ਨੂੰ ਅਸੀਂ ਮੰਨਦੇ ਹਾਂ, ਇਹ ਡੇਂਜਰਸ ਹੈ, ਪਰ ਇਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਬਿਲਕੁਲ ਠੀਕ ਤਰੀਕੇ ਨਾਲ ਕੀਤਾ, ਕਿਉਂਕਿ ਉਹਨਾਂ ਨੇ ਬੈਲੈਂਸ ਰੱਖਿਆ, ਇਕਾਨਮੀ ਨੂੰ ਵੀ ਓਪਨ ਰੱਖਣ ਦੀ ਕੋਸ਼ਿਸ਼ ਕੀਤੀ ਤੇ ਕਰੋਨਾ ਵਾਇਰਸ ਤੇ ਵੀ ਪੂਰਾ ਕੰਟਰੋਲ ਕੀਤਾ। ਜਦੋਂ ਸਾਰੇ ਡੈਮੋਕ੍ਰੈਟ ਜਾਂ ਆਮ ਲੋਕਾਂ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਬਾਅਦ ਵਾਈਟ ਸੁਪਰਮੈਸਿਸਟ ਜਿਹੜੇ ਨੇ ਜੀ ਉਹਨਾਂ ਦਾ ਜ਼ੋਰ ਫੜ ਗਿਆ ਹੈ, ਦੇਸ਼ ਵੰਡਿਆ ਗਿਆ ਹੈ, ਲੌਜਿਕ ਹੁੰਦਾ ਹੈ। ਸੱਚੀ ਗੱਲ ਦੱਸਿਓ, ਜੇ ਬੀਇੰਗ ਏ ਸਿੱਖ ਤੁਸੀਂ ਹੁਣ ਇੰਨਾ ਕਰਦੇ ਪਏ ਹੋ, ਵਾਕਈ ਲੱਗਦਾ ਹੈ ਕਿ ਇਹ ਸਾਰਾ ਕੁਝ ਹੁਣ ਪਿਛਲੇ 3-4 ਸਾਲਾਂ 'ਚ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਬਾਅਦ ਹੀ ਹੋਇਆ? ਨਹੀਂ ਡਾਕਟਰ ਸਾਹਿਬ, ਅਗਰ ਇਹਨੂੰ ਆਪਾਂ ਸਹੀ ਤਰੀਕੇ ਨਾਲ ਦੇਖੀਏ, ਤੁਸੀਂ 2001 ਤੋਂ ਲੈ ਕੇ 2020 ਤੱਕ ਦਾ ਡਾਟਾ ਲੈ ਲਓ, ਕਿਉਂਕਿ ਮੈਂ ਬਤੌਰ ਸਿੱਖਾਂ ਦੇ ਡਾਟੇ ਦੀ ਗੱਲ ਕਰਾਂਗਾ, ਉਸ ਤੋਂ ਬਾਅਦ ਆਪਾਂ ਅੱਗੇ ਵੀ ਚੱਲਾਂਗੇ। 2001 ਤੋਂ ਲੈ ਕੇ 2020 ਤੱਕ ਸਿੱਖਾਂ ਦੇ ਵਿਰੁੱਧ ਜਿਹੜੀਆਂ ਹੇਟ ਕ੍ਰਾਈਮਸ ਹੋਏ ਨੇ, ਸਰੋਤਿਆਂ ਨੂੰ ਵੀ ਦੱਸ ਰਿਹਾ ਕਿ ਇਹ ਟੋਟਲ 44 ਕੇਸ ਰਜਿਸਟਰ ਹੋਏ ਨੇ 2001 ਤੋਂ ਲੈ ਕੇ 2020 ਤੱਕ। ਉਹਨਾਂ 44 ਦੇ ਵਿੱਚੋਂ ਸਿਰਫ 9 ਪ੍ਰੈਜ਼ੀਡੈਂਟ ਟਰੰਪ ਦੀ ਪ੍ਰੈਜ਼ੀਡੈਂਸੀ ਦੇ ਥੱਲੇ ਹੁੰਦੇ ਨੇ। 2017 ਤੋਂ ਜਦੋਂ ਤੇ ਇਹਨਾਂ ਨੇ ਪ੍ਰੈਜ਼ੀਡੈਂਸੀ ਲਈ ਹੈ, ਲਾਸਟ 3.5 ਸਾਲ ਤੋਂ ਸਿਰਫ 9 ਹੋਈਆਂ ਨੇ, ਤੇ ਉਸ ਤੋਂ ਬਾਕੀ ਜਿਹੜੀਆਂ ਪਹਿਲੀਆਂ ਨੇ 35 ਹੇਟ ਕ੍ਰਾਈਮ ਸਿੱਖਾਂ ਦੇ ਵਿਰੁੱਧ ਪਹਿਲਿਆਂ ਦੇ ਹੋਏ ਨੇ। ਤੇ ਸਾਰਿਆਂ ਨੂੰ ਵੱਧ ਜਿਹੜੀਆਂ ਡੈਥਸ ਹੋਈਆਂ ਨੇ ਉਹ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਵਿਸਕੌਨਸਨ ਦੇ ਵਿੱਚ ਜਿਹੜੀਆਂ ਹੋਈਆਂ ਨੇ, ਸਿੱਖਾਂ ਦੇ ਕਤਲ ਹੋਏ ਨੇ। ਸਾਰਿਆਂ ਨੂੰ ਪਹਿਲਾ ਕਤਲ 2001 ਦੇ ਵਿੱਚ ਆਪਣੇ ਬਲਵੀਰ ਸਿੰਘ ਸੋਢੀ ਅਰਜੋਨਾ ਜਿਹੜੇ ਮਾਰੇ ਗਏ ਸੀ, ਉਹ ਪਹਿਲਾ ਕਤਲ ਸੀਗਾ, ਵੱਡਾ ਹੇਟ ਕ੍ਰਾਈਮ ਸੀ ਸਿੱਖਾਂ ਦੇ ਵਿਰੁੱਧ। ਤੇ ਉਸ ਤੋਂ ਬਾਅਦ ਜਦੋਂ ਪ੍ਰੈਜ਼ੀਡੈਂਟ ਬੁਸ਼ ਸੀ 2002 ਦੇ ਵਿੱਚ ਸਿਰਫ 2 ਹੋਈਆਂ ਸੀਗੀਆਂ ਹੇਟਸ ਕ੍ਰਾਈਮ ਸਿੱਖਾਂ ਦੇ ਵਿਰੁੱਧ। ਸੋ ਇਸ ਕਰਕੇ ਇਹਨਾਂ ਨੂੰ ਬਿਨਾਂ ਫੈਕਟਸ ਤੋਂ, ਬਿਨਾਂ ਉਹਨਾਂ ਦੇ ਡਾਟਾ ਦਿੱਤੇ ਤੋਂ ਇਹ ਕਹੀ ਜਾ ਰਹੇ ਨੇ ਜੀ ਇਹ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਨਾਲ ਗਿਆ। ਤੇ ਦੂਸਰਾ ਫੈਕਟ ਇਹ ਦੇਖੋ, ਜਿੰਨੇ ਹੇਟ ਕ੍ਰਾਈਮ ਹੁੰਦੇ ਨੇ ਮਿਨੋਰਿਟੀ ਦੇ ਵਿਰੁੱਧ, ਉਹ ਬਹੁਤੇ ਡੈਮੋਕ੍ਰੇਟ ਕੰਟਰੋਲ ਜਾਂ ਸਿਟੀਜ਼ ਦੇ ਵਿੱਚ ਜਾਂ ਸਟੇਟ ਦੇ ਵਿੱਚ ਹੋ ਰਹੇ ਨੇ, ਕਿਉਂਕਿ ਇਹਦੇ ਨਾਲ ਪ੍ਰੈਜ਼ੀਡੈਂਟ ਟਰੰਪ ਨੂੰ ਰੇਸਿਸ ਤੌਰ ਤੇ ਇਹਨਾਂ ਨੇ ਕੋਸ਼ਿਸ਼ ਕਰ ਰਹੇ ਨੇ, ਜੋ ਕਿ ਉਹ ਨਹੀਂ ਹੈਗੇ। ਪ੍ਰੈਜ਼ੀਡੈਂਟ ਟਰੰਪ ਦੇ ਖੁਦ ਜਿਹੜੀ ਧੀ ਹੈਗੀ ਉਹ ਜੂਇਸ਼ ਫੈਮਿਲੀ 'ਚ ਵਿਆਹੀ ਹੋਈ ਹੈ, ਉਹਦੇ ਜਿਹੜੇ ਦੋਤੀਆਂ ਨੇ ਉਹ ਜੂਇਸ਼ ਹੈਗੇ ਨੇ। ਤੇ ਤੁਹਾਨੂੰ ਇਹ ਸ਼ਾਇਦ ਮੈਂ ਸਰੋਤਿਆਂ ਨੂੰ ਦੱਸਾਂ, ਅੱਜ ਵੀ ਅਮਰੀਕਾ 'ਚ ਜਿਹੜੇ ਮੈਜੋਰਟੀ ਹੇਟ ਕ੍ਰਾਈਮ ਹੋ ਰਹੇ ਨੇ ਉਹ ਜੂਇਸ਼ ਦੇ ਯਹੂਦੀਆਂ ਦੇ ਵਿਰੁੱਧ ਹੋ ਰਹੇ ਨੇ, ਦੂਸਰੀ ਮਿਨੋਰਟੀ ਨਾਲੋਂ ਜ਼ਿਆਦਾ, ਸਾਰੇ ਫੈਡਰਲ ਡਾਟੇ ਦੇ ਮੁਤਾਬਕ। ਤੁਸੀਂ ਆਪਣੀਆਂ ਕਾਉਂਟੀਆਂ ਦੇ ਵਿੱਚ, ਤੁਸੀਂ ਆਪਣੀਆਂ ਜਿਹੜੀਆਂ ਤੁਹਾਡੀਆਂ ਸੈਨੇਟ ਦੀਆਂ ਸੀਟਾਂ ਨੇ ਉੱਥੇ ਪੂਰੇ ਸਰਗਰਮ ਹੋ, ਕਾਂਗਰਸ ਦੀਆਂ ਸੀਟਾਂ 'ਤੇ ਮੈਂ ਤੁਹਾਡੀਆਂ ਸਰਗਰਮੀਆਂ ਦੇਖੀਆਂ ਨੇ। ਸੋ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਸਾਰੇ ਕੁਛ ਨੂੰ? ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਹੈਗਾ, ਮੈਂ ਸਰੋਤੇ ਭੈਣ ਭਰਾਵਾਂ ਨਾਲ ਵੀ ਸ਼ੇਅਰ ਕਰਾਂਗਾ, ਕਿਉਂਕਿ ਸਾਨੂੰ ਇੱਕ ਚੀਜ਼ ਦੇ ਉੱਤੇ ਬਿਲਕੁਲ ਸਟਿਕ ਰਹਿਣ ਦੀ ਲੋੜ ਹੈ। ਜੇ ਮੈਨੂੰ ਕੋਈ ਪੁੱਛੇ, ਸਾਰਿਆਂ ਨਾਲੋਂ ਪਹਿਲਾਂ ਮੈਂ ਇਹ ਕਹਾਂਗਾ ਆਈ ਪ੍ਰਾਊਡ ਟੂ ਬੀ ਸਿੱਖ। ਜਿਵੇਂ ਸੈਨੇਟਰ ਟੈਡ ਕਰੂਜ਼ ਨੂੰ ਜਦੋਂ ਕਿਸੇ ਨੇ ਪੁੱਛਿਆ ਸੀ ਤੇ ਉਹਨੇ ਕਿਹਾ ਸੀ ਆਈ ਪ੍ਰਾਊਡ ਟੂ ਬੀ ਕ੍ਰਿਸਚੀਅਨ। ਪਹਿਲੀ ਗੱਲ, ਜਿਹੜੇ ਸਿੱਖ ਭੈਣ ਭਰਾ ਐਕਟਿਵ ਹੈਗੇ, ਚਾਹੇ ਉਹ ਬਾਈਡਨ ਦੇ ਨਾਲ ਨੇ, ਚਾਹੇ ਉਹ ਰਿਪਬਲਿਕਨ ਦੇ ਨਾਲ ਨੇ, ਕਿਸੇ ਵੀ ਪਾਸੇ ਨੇ, ਉਹਨਾਂ ਨੂੰ ਵਧਾਈ ਦੇਣ ਦਾ ਸਾਡਾ ਹੱਕ ਬਣਦਾ। ਉਹ ਵਧਾਈ ਦੇ ਪਾਤਰ ਨੇ, ਕਿਉਂਕਿ ਸਾਨੂੰ ਸਰਗਰਮ ਹੋਣ ਦੀ ਲੋੜ ਹੈ। ਪਰ ਐਟ ਦਾ ਸੇਮ ਟਾਈਮ ਜਿਹੜਾ ਆਪਣਾ ਰਿਲੇਸ਼ਨ ਹੈਗਾ, ਜਿਹੜਾ ਸਾਡਾ ਐਜ ਏ ਸਿੱਖ ਰਿਲੇਸ਼ਨ ਆ, ਉਹ ਪੋਲੀਟਿਕਸ ਤੋਂ ਕਿਤੇ ਉੱਪਰ ਤੇ ਕਿਤੇ ਹੀ ਨੋਬਲ ਰਿਲੇਸ਼ਨ ਹੈਗਾ। ਸਾਨੂੰ ਉਹਨੂੰ ਬਿਲਕੁਲ ਖਰਾਬ ਕਰਨ ਦੀ ਲੋੜ ਨਹੀਂ, ਪਰ ਸਰਗਰਮ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਕਈ ਵਾਰੀ ਜਿਹੜੇ ਭੈਣ ਭਰਾ ਨਵੇਂ ਹੈ, ਇਸ ਵਾਰ ਸਿਰਫ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਕਰਕੇ ਸਰਗਰਮ ਹੋ ਰਹੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਰਿਪਬਲਿਕ ਆਫ ਅਮਰੀਕਾ ਹੈਗਾ, ਇਹਦੇ ਵਿੱਚ ਕਾਂਗਰਸ ਕੋਲੇ ਤੇ ਸੈਨੇਟ ਕੋਲੇ ਐਕਚੁਅਲੀ ਪ੍ਰੈਜ਼ੀਡੈਂਟ ਦੇ ਨਾਲੋਂ ਕਈ ਗੁਣਾ ਜ਼ਿਆਦਾ ਸ਼ਕਤੀਆਂ ਹੈਗੀਆਂ, ਕਿਉਂਕਿ ਇੱਥੇ ਦਾ ਜੋ ਬਟੂਆ ਜਿਹਨੂੰ ਆਪਾਂ ਵੈਲਟ ਕਹਿੰਦੇ, ਉਹ ਕਾਂਗਰਸ ਦੇ ਹੱਥ ਵਿੱਚ ਹੈ। ਸੋ ਇਸ ਕਰਕੇ ਸਾਨੂੰ ਆਪਣੇ ਜਿਹੜੇ ਕਾਂਗਰਸਮੈਨ ਨੇ ਉਹਨਾਂ 'ਤੇ ਹੋਰ ਜ਼ਿਆਦਾ ਫੋਕਸ ਕਰਨਾ ਚਾਹੀਦਾ। ਜਿਵੇਂ ਵਰਜੀਨੀਆ ਦੇ ਵਿੱਚ ਇਸ ਵੇਲੇ 7 ਡੈਮੋਕ੍ਰੇਟ ਕਾਂਗਰਸ ਨੇ ਤੇ 4 ਰਿਪਬਲਿਕਨ ਨੇ, ਪਰ ਜਿਹੜੀ ਅਸੀਂ ਫੋਕਸ ਕਰ ਰਹੇ ਹਾਂ, ਜਿਹੜੀ ਸਾਡੀ 11 ਮੈਂਬਰੀ ਕਮੇਟੀ ਵੀ ਬਣੀ ਸੀ ਬਾਏ ਡਿਸਟ੍ਰਿਕਟ ਵਾਈਜ਼, ਅਸੀਂ ਚਾਹੁੰਦੇ ਹਾਂ ਕਿ ਘੱਟ ਤੋਂ ਘੱਟ 2 ਤੋਂ 3 ਜਿਹੜੀਆਂ ਸੀਟਾਂ ਉਹ ਵਰਜੀਨੀਆ 'ਚ ਫਲਿੱਪ ਹੋਣ, ਤੇ ਜਿਨ੍ਹਾਂ ਨੂੰ ਏਸ਼ੀਅਨ, ਜਿਹੜੇ ਸਾਊਥ ਏਸ਼ੀਅਨ ਹੈਗੇ, ਮਿਨੋਰਟੀਜ਼ ਹੈਗੇ, ਉਹ ਫਲਿੱਪ ਕਰ ਸਕਦੇ ਆ। ਤੇ ਮੈਂ ਇੱਕ ਨਾਲ ਹੋਰ ਐਡ ਕਰਾਂਗਾ, ਸਾਡੇ ਵੀਰਾਂ ਨੂੰ ਹੋਰ ਸਟੱਡੀ ਕਰਨ ਦੀ ਲੋੜ ਹੈ। ਨਾਰਥਨ ਵਰਜੀਨੀਆ ਦੇ ਵਿੱਚ ਆਪਾਂ ਡਾਕਟਰ ਸਾਹਿਬ ਰਹਿੰਦੇ ਹਾਂ, ਨਾਰਥਨ ਵਰਜੀਨੀਆ ਦੇ ਵਿੱਚ ਰਫਲੀ
28% ਜਿਹੜੀ ਪਾਪੂਲੇਸ਼ਨ ਆ ਉਹ ਅਮਰੀਕਾ ਤੋਂ ਬਾਅਦ ਬੋਰਨ ਹੋਇਆਂ ਦੀ ਹੈਗੀ ਆ। ਪਰ ਨਾਰਥਰਨ ਵਰਜੀਨੀਆ ਦੀ ਜਿਹੜੀ ਅਸੈਂਸ਼ੀਅਲ ਸਰਵਿਸਿਜ਼ ਨੇ, ਚਾਹੇ ਉਹ ਸਰਵਿਸ ਇੰਡਸਟਰੀ ਹੈ, ਚਾਹੇ ਮੈਨੂਫੈਕਚਰਿੰਗ ਆ, ਚਾਹੇ ਉਹ ਲੌਜਿਸਟਿਕ ਹੈਗੀ ਆ, ਉਹਦੇ ਵਿੱਚ ਰਫਲੀ 50% ਜਿਹੜੀ ਵਰਕ ਫੋਰਸ ਆ ਉਹ ਇਮੀਗ੍ਰੈਂਟ ਦੀ ਹੈ, ਜਿਹੜੇ ਅਸੀਂ ਬਾਹਰੋਂ ਆਏ ਆ। ਸੋ ਇਸ ਕਰਕੇ ਨਾਰਥਰਨ ਵਰਜੀਨੀਆ ਦੀ ਜਿਹੜੀ ਇਕਨੋਮੀ ਆ ਉਹਨੂੰ ਅਸੀਂ ਜਿਹੜੇ ਬਾਹਰਲੇ ਜੰਪਲ ਹੈਗੇ ਆ, ਉਹ ਚਾਹੇ ਸਾਊਥ ਅਮਰੀਕਾ ਕਿਤੋਂ ਵੀ ਆਏ ਨੇ, ਉਹ ਸਾਰੇ ਇਹਨੂੰ ਰਨ ਕਰ ਰਹੇ ਨੇ। ਜਦੋਂ ਰਨ ਤਾਂ ਅਸੀਂ ਕਰ ਰਹੇ ਹਾਂ, ਪਰ ਉਹ ਸਾਡੀ ਵੈਕ ਦੇ ਉੱਤੇ ਜਿਹੜੇ ਫਾਇਦਾ ਉਠਾ ਕੇ ਰਾਜ ਕਰ ਰਹੇ ਨੇ। ਸਾਨੂੰ ਇੰਨੇ ਜ਼ਿਆਦਾ ਸਰਗਰਮ ਹੋਣਾ ਚਾਹੀਦਾ ਹੈ ਕਿ 2021 ਦੇ ਵਿੱਚ ਜਦੋਂ ਵਰਜੀਨੀਆ ਦੇ ਵਿੱਚ ਇਲੈਕਸ਼ਨ ਹੋਣੀ ਆ, ਘੱਟ ਤੋਂ ਘੱਟ 8 ਇਹੋ ਜਿਹੇ ਡਿਸਟ੍ਰਿਕਟ ਹਨ ਨਾਰਥਰਨ ਵਰਜੀਨੀਆ ਤੇ ਜਿਹਦੇ ਵਿੱਚੋਂ ਮਿਨੋਰਟੀ ਦਾ ਡੈਲੀਗੇਟ ਇਲੈਕਸ਼ਨ ਜਿੱਤ ਸਕਦਾ। ਪਾਰਟੀ ਕੋਈ ਵੀ ਹੋਵੇ, ਪਰ ਮਿਨੋਰਟੀ ਨੂੰ ਲੋੜ ਅੱਗੇ ਆਉਣ ਦੀ, ਤਾਂ ਕਿ 8 ਸਾਡੇ ਡੈਲੀਗੇਟ ਹੋਣ, ਕਿਉਂਕਿ ਇਸ ਵੇਲੇ 8 ਦੇ ਵਿੱਚੋਂ 2 ਮਿਨੋਰਟੀ ਨੂੰ ਬਿਲੋਂਗ ਕਰਦੇ ਨੇ, 6 ਹਜੇ ਵੀ ਮੈਜੋਰਟੀ ਨੂੰ ਬਿਲੋਂਗ ਕਰਦੇ ਆ। ਇਸ ਵੇਲੇ ਤੁਸੀਂ ਇਹ ਲਾਇਆ ਆ ਟਰੰਪ ਪੈਂਸ ਤੇ, ਆਪਾਂ ਦੇਖ ਰਹੇ ਹਾਂ ਕਿ ਲੋਕ ਵੋਟਾਂ ਪਾ ਰਹੇ ਨੇ। 60 ਮਿਲੀਅਨ ਦੇ ਕਰੀਬ ਜਿਹੜੀਆਂ ਵੋਟਾਂ ਉਹ ਤਕਰੀਬਨ ਪੈ ਚੁੱਕੀਆਂ ਨੇ। ਅਜੇ ਵੀ ਜਿਹੜੇ ਸਰਵੇ ਉਹ ਦੱਸ ਰਹੇ ਨੇ ਕਿ ਪ੍ਰੈਜ਼ੀਡੈਂਟ ਟਰੰਪ ਥੋੜ੍ਹੇ ਜਿਹੇ ਪਿੱਛੇ ਚੱਲ ਰਹੇ ਨੇ। ਬੈਟਲ ਸਟੇਟਸ ਨੂੰ ਤੁਸੀਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ, ਜਿਹੜੀਆਂ ਬੈਟਲ ਗਰਾਊਂਡਸ ਸਟੇਟਸ ਹੈਗੀਆਂ ਨੇ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ, ਤੇ ਤੁਹਾਨੂੰ ਕੀ ਭਵਿੱਖ ਨਜ਼ਰ ਆ ਰਿਹਾ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦਾ ਤੇ ਵਾਈਸ ਪ੍ਰੈਜ਼ੀਡੈਂਟ ਬਾਈਡਨ ਦਾ? ਦੇਖੋ, ਇਸ ਵੇਲੇ ਜਿਹੜਾ ਮੈਨੂੰ ਭਵਿੱਖ ਨਜ਼ਰ ਆ ਰਿਹਾ, ਪਿਛਲੀ ਵਾਰੀ ਪ੍ਰੈਜ਼ੀਡੈਂਟ ਟਰੰਪ ਨੇ 306 ਲਏ ਸੀ ਇਲੈਕਟੋਰਲ ਕਾਲਜ ਵੋਟ, ਤੇ ਐਗਤੀ ਉਹਦੇ ਵਿੱਚ 16 ਇਲੈਕਟੋਰਲ ਕਾਲਜ ਮਿਨੀਮਮ ਹੋਰ ਐਡ ਹੋ ਜਾਣਗੇ। ਇਸ ਵਾਰ ਜਿਹੜੀ ਸਟੇਟ ਫਲਿੱਪ ਹੋਏਗੀ ਡੈਫੀਨਿਟਲੀ ਉਹ ਹੋਏਗੀ ਮਿਨਾਸੋਟਾ। ਮਿਨਾਸੋਟਾ ਇੱਕ ਇਹੋ ਜਿਹੀ ਸਟੇਟ ਹੈ ਜਿਹਨੇ 1972 ਤੋਂ ਬਾਅਦ ਕਦੇ ਰਿਪਬਲਿਕਨ ਪ੍ਰੈਜ਼ੀਡੈਂਟ ਨੂੰ ਵੋਟ ਨਹੀਂ ਜਿਤਾਈ, ਪਰ ਉੱਥੇ ਜਿਹੜੀ ਪਿਛਲੀ ਵਾਰੀ ਜਿਹੜੀ ਸੈਨੇਟ ਸੀਗੀ, ਪਿਛਲੀ ਵਾਰੀ ਟਰੰਪ ਥੋੜ੍ਹੇ ਪਰਸੈਂਟੇਜ ਨਾਲ ਜਿੱਤਿਆ ਸੀ, ਐਰਰ ਆਫ ਜਿਹੜੀ ਹੈਗੀ ਮਾਰਜਨ ਆਫ ਐਰਰ ਦੇ ਨਾਲ। ਤੇ ਐਕਤੀ ਜਿਹੜਾ ਮਿਨਾਸੋਟਾ ਹੈਗਾ ਉਹ ਡੈਫੀਨਿਟਲੀ ਇਸ ਵੇਲੇ ਉਹ ਟਾਸ ਅਪ ਸਟੇਟ ਹੈ। ਉਸ ਤੋਂ ਬਿਨਾਂ ਜਿਹੜੀਆਂ ਦੂਸਰੀਆਂ ਬੈਟਲ ਸਟੇਟ ਨੇ, ਜਿਵੇਂ ਫਲੋਰੀਡਾ ਹੋ ਗਿਆ, ਵਿਸਕੌਨਸਨ ਹੋ ਗਿਆ, ਪੈਨਸਿਲਵੇਨੀਆ ਹੋ ਗਿਆ, ਉਹਨਾਂ ਤੋਂ ਡੈਫੀਨਿਟਲੀ ਪ੍ਰੈਜ਼ੀਡੈਂਟ ਟਰੰਪ ਨੇ ਜਿੱਤਣਾ, ਕਿਉਂਕਿ ਕਈ ਵਾਰ ਜਿਹੜੇ ਕਾਰਨ ਹੁੰਦੇ ਨੇ ਉਹ ਆਪੋ ਆਪਣੇ ਬਣ ਜਾਂਦੇ ਨੇ। ਕਿਉਂਕਿ ਲਾਸਟ ਡਿਬੇਟ ਜਿਹੜਾ ਥਰਸਡੇ ਹੋਇਆ ਉਹਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਬਾਈਡਨ ਜਿਹੜਾ ਹੈਗਾ ਉਹਨੂੰ ਪ੍ਰੈਜ਼ੀਡੈਂਟ ਟਰੰਪ ਇਹ ਸ਼ੋਅ ਕਰਨ ਦੇ ਵਿੱਚ ਕਾਮਯਾਬ ਹੋਇਆ ਕਿ ਉਹ ਜਿਹੜੀ ਆਇਲ ਇੰਡਸਟਰੀ ਆ ਉਹਦੇ ਉਲਟ ਹੈਗਾ। ਤੇ ਵਾਈਸ ਪ੍ਰੈਜ਼ੀਡੈਂਟ ਟਰੰਪ ਨੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਇਹ ਗੱਲ ਮੰਨ ਵੀ ਲਈ ਕਿ ਮੈਂ 2025 ਤੱਕ ਜ਼ੀਰੋ ਐਮਿਸ਼ਨ ਕਰ ਦਿਆਂਗਾ। ਅਗਰ ਉਹ ਜ਼ੀਰੋ ਐਮਿਸ਼ਨ ਹੋ ਗਿਆ ਤਾਂ ਮਤਲਬ ਕੋਈ ਗੈਸ ਦੀ ਲੋੜ ਨਹੀਂ ਹੈਗੀ। ਸੋ ਇਸ ਕਰਕੇ ਪੈਨਸਿਲਵੇਨੀਆ ਜਿਹੜੀ ਅੱਜ ਤੱਕ ਇਹ ਲੱਗਦੀ ਸੀ ਵੀ ਉੱਥੇ ਜੀ ਜੋ ਬਾਈਡਨ 10% ਅੱਗੇ ਆ, 6% ਆ, ਹੁਣ ਬਿਲਕੁਲ ਨੇੜੇ ਆ। ਤੇ ਉੱਥੇ ਜਿਹੜੀ ਵੋਟ ਦਾ ਜੋ ਰੁਝਾਨ ਸਾਨੂੰ ਮਿਲ ਰਿਹਾ, ਉੱਥੋਂ ਪ੍ਰੈਜ਼ੀਡੈਂਟ ਟਰੰਪ ਜਿੱਤੇਗਾ, ਫਲੋਰੀਡਾ ਤੋਂ ਵੀ ਜਿੱਤੇਗਾ। ਸੋ ਬੈਟਲ ਗਰਾਊਂਡ ਜਿੰਨੀਆਂ ਪਿਛਲੀ ਵਾਰੀ ਜਿੱਤੀਆਂ ਉਹ ਡੈਫੀਨਿਟਲੀ ਮਿਨਾਸੋਟਾ ਜਿਹੜੀ ਹੈਗੀ ਟਾਸ ਅਪ ਆ। ਤੇ ਜਿਹੜੀ ਸਟੇਟ 'ਚ ਆਪਾਂ ਅੱਜ ਖੜੇ ਹਾਂ ਵਰਜੀਨੀਆ, ਇਹ ਵੀ ਕਲੋਜ਼ ਹੈਗੀ, ਕਿਉਂਕਿ ਜਦੋਂ ਦੀ ਇਹ ਵੋਟ ਆਪਣੀ ਐਬਸੈਂਟੀ ਵੋਟ ਸ਼ੁਰੂ ਕੀਤੀ ਹੈ, ਮੈਂ ਵੱਖਰੇ ਪੋਲਿੰਗ ਸਟੇਸ਼ਨ 'ਤੇ ਜਾ ਕੇ ਵੋਟਰਾਂ ਨੂੰ ਮਿਲਿਆ ਵਾਂ। ਉਹਨਾਂ ਦਾ ਜੋ ਰੁਝਾਨ ਲੱਗ ਰਿਹਾ, ਤੁਸੀਂ ਹੈਰਾਨ ਹੋਵੋਗੇ, ਵਰਜੀਨੀਆ ਵੀ ਐਕਟੀ ਫਲਿੱਪ ਹੋ ਸਕਦੀ ਹੈ। ਅਖੀਰ ਦੇ ਵਿੱਚ 30 ਸੈਕਿੰਡ ਲਈ ਤੁਹਾਡਾ ਕਿਹੜਾ ਸੁਨੇਹਾ ਹੈ ਜਿਹੜਾ ਤੁਸੀਂ ਦੇਣਾ ਚਾਹੁੰਦੇ ਹੋ? ਅਖੀਰ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਇੱਕ ਹੀ ਸੁਨੇਹਾ ਦੇਵਾਂਗਾ, ਐਜ ਏ ਸਿੱਖ ਸਾਰਿਆਂ ਨੂੰ ਪਹਿਲਾਂ ਜ਼ਰੂਰੀ ਆ ਤੁਸੀਂ ਵੋਟ ਪਾਉਣ ਜ਼ਰੂਰ ਜਾਓ। ਕਿਸੇ ਪਾਰਟੀ ਨੂੰ ਵੋਟ ਪਾ ਲਓ, ਇਹਦਾ ਬਹੁਤਾ ਫਰਕ ਨਹੀਂ ਪਏਗਾ, ਪਰ ਵੋਟ ਪਾਉਣੀ ਸਿੱਖਾਂ ਲਈ ਬਹੁਤ ਜ਼ਰੂਰੀ ਆ। ਐਟ ਦਾ ਸੇਮ ਟਾਈਮ ਜਦੋਂ ਅਸੀਂ ਵੋਟ ਪਾਉਣੀ ਜ਼ਰੂਰੀ ਆ, ਤੇ ਸਾਨੂੰ ਆਪਣਾ ਹੋਮਵਰਕ ਕਰਕੇ ਵੋਟ ਪਾਉਣੀ ਚਾਹੀਦੀ ਆ ਵੀ ਕਿਹੜੀ ਪਾਰਟੀ ਸਾਡੀ ਵੈਲਿਊਜ਼ ਦੇ ਨਾਲ ਤੇ ਸਾਡੀਆਂ ਜੋ ਲੋੜਾਂ ਨੇ ਉਹਦੇ ਅਨੁਸਾਰ ਚੱਲਦੀ ਆ। ਵੋਟ ਉਸ ਨੂੰ ਪਾਓ। ਬਾਟਮ ਲਾਈਨ ਆਪਸੀ ਜਿਹੜਾ ਪਿਆਰ ਹੈਗਾ ਉਹਨੂੰ ਵਧਾਈਏ, ਇਸ ਵੋਟਾਂ ਦੇ ਚੱਕਰ ਵਿੱਚ ਘਟਾਈਏ ਨਾ, ਤਾਂ ਕਿ ਜਿਹੜਾ ਸਾਡਾ ਆਪਸੀ ਜੋ ਸਮਾਜਿਕ ਤੰਤਰ ਮੰਤਰ ਹੈ ਉਹ ਐਜ਼ ਇਟ ਇਜ਼ ਰਹੇ, ਤੇ ਸਾਡੇ ਵਿੱਚ ਕੋਈ ਜ਼ਿਆਦਾ ਇਹ ਨਾ ਹੋਵੇ ਕਿ ਸਾਡੇ ਵਿੱਚ ਡਿਫਰੈਂਸਿਸ ਆ ਜਾਣ। ਤੁਹਾਡੇ ਕੋਲ ਸਮਾਂ ਬਹੁਤ ਘੱਟ ਰਹਿ ਗਿਆ ਇਹਨਾਂ ਚੋਣਾਂ ਦੇ ਵਿੱਚ, ਤੁਸੀਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹੋ। ਸਾਡੀਆਂ ਸ਼ੁਭ ਕਾਮਨਾਵਾਂ, ਤੇ ਸਾਡੀਆਂ ਸ਼ੁਭ ਕਾਮਨਾਵਾਂ ਉਹਨਾਂ ਲੋਕਾਂ ਲਈ ਜਿਹੜੇ ਇਸ ਚੋਣ ਮੁਹਿੰਮ ਦੇ ਵਿੱਚ ਲਗਾਤਾਰ ਲੱਗੇ ਹੋਏ ਨੇ। ਦਵਿੰਦਰ ਸਿੰਘ ਹੋਰੀ ਜਿਹੜੇ ਲਗਾਤਾਰ ਇਸ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਸਰਗਰਮ ਨੇ, ਔਰ ਜਿਨ੍ਹਾਂ ਨੇ ਲਗਾਤਾਰ ਇਹ ਕੋਸ਼ਿਸ਼ ਕੀਤੀ ਹੈ ਕਿ ਯੂਥ ਨੂੰ ਵੀ ਅੱਗੇ ਲੈ ਕੇ ਆਈਏ। ਅੱਜ ਵੀ ਇਹਨਾਂ ਦਾ ਸੁਨੇਹਾ ਹੈ, ਸਾਨੂੰ ਆਸ ਹੈ ਕਿ ਸਾਡਾ ਯੂਥ ਤੇ ਸਾਡਾ ਭਾਈਚਾਰਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਰਗਰਮੀ ਦੇ ਨਾਲ ਭੂਮਿਕਾ ਨਿਭਾਵੇਗਾ, ਔਰ ਆਉਂਦੇ ਦਿਨਾਂ ਦੇ ਵਿੱਚ ਵੇਖਣਾ ਇਹ ਹੋਵੇਗਾ ਕਿ ਅਸੀਂ ਇਹਨਾਂ ਚੋਣਾਂ ਤੋਂ ਜਿੱਤ ਹਾਰ ਤੋਂ ਬਾਅਦ ਮੁੜ ਦੁਬਾਰਾ ਕਿਵੇਂ ਫਿਰ ਇਕੱਠੇ ਹੁੰਦੇ ਆ